गुड मॉर्निंग। आप सबका इस मैथमेटिक्स प्रोफेशनल के चैनल पे वेलकम है। मुझे पूरा विश्वास है कि आप सब स्वस्थ होंगे और खुश होंगे। आज जो इस चैनल पर नए आए हैं उनको बता दूं, ये है मैथमेटिक्स प्रोफेशनल चैनल, जहां पे हम मैथ के टॉपिक्स को आसान एक्टिविटी मेथड से प्रेजेंट करते हैं ताकि आपके बच्चों के मन से मैथ का डर खत्म हो सके। तो चलिए शुरू करते हैं आज का टॉपिक। आज का टॉपिक है एक्सपोनेंट एंड पावर घात अंक ते घात, जो हमारी सीरीज चल रही है। ਆਪਾਂ ਇਹਦੇ ਵਿੱਚ ਕੱਲ ਜਾਂ ਪਰਸੋਂ ਲॉस ਕੀਤੇ ਸੀ। ਕੀ ਸੀ ਲॉ? ਪਹਿਲਾ ਸੀ a ਦੀ ਘਾਤ 0, a ਦੀ ਪਾਵਰ 0 ਬਰਾਬਰ 1। ਦੂਜਾ ਸੀ a ਦੀ ਪਾਵਰ m ਮਲਟੀਪਲਾਈ a ਦੀ ਪਾਵਰ n ਬਰਾਬਰ a ਦੀ ਪਾਵਰ m plus n। ਤੀਜਾ ਸੀ a ਦੀ ਪਾਵਰ m ਡਿਵਾਈਡਡ a ਦੀ ਪਾਵਰ n, ਜਾਂ ਉਹਨੂੰ ਐਵੇਂ ਵੀ ਲਿਖਦੇ ਆ a ਦੀ ਪਾਵਰ m ਡਿਵਾਈਡਡ ਬਾਈ a ਦੀ ਪਾਵਰ n ਕਿੰਦਿਆਂ ਹੁੰਦਾ ਬਰਾਬਰ a ਦੀ ਪਾਵਰ m ਮਾਈਨਸ n ਦੇ। ਚੌਥਾ ਆਪਾਂ ਕੀਤਾ ਸੀ ਲॉ a ਦੀ ਪਾਵਰ m ਤੇ n, ਦੋ ਪਾਵਰਸ ਹੈ ਤੇ ਦੋਵਾਂ ਨੂੰ ਆਪਾਂ ਕੀ ਕਰ ਦੇਣਾ ਮਲਟੀਪਲਾਈ। ਆਪਾਂ ਇਹਨਾਂ ਨਾਲ ਰਿਲੇਟਡ ਬੇਸਿਕ ਕੁਐਸਚਨਸ ਕੀਤੇ ਸੀ ਹਰ ਲॉ ਨਾਲ। ਹੁਣ ਅੱਜ ਵਾਰੀ ਹੈ ਇਹਨਾਂ ਸਾਰਿਆਂ ਨਾਲ ਰਿਲੇਟਡ ਉਹ ਕੁਐਸਚਨਸ ਕਰਨ ਦੀ ਜਿਹੜੇ ਵੱਡੇ ਕੁਐਸਚਨਸ ਹੈ ਤੇ ਜ਼ਿਆਦਾ ਇੰਪੋਰਟੈਂਟ ਹੈ, ਜਿਨ੍ਹਾਂ ਵਿੱਚ ਇਹ ਸਾਰੇ ਲॉ ਸਾਈਮਲਟੇਨੀਅਸਲੀ ਇਕੱਠੇ ਯੂਜ਼ ਹੁੰਦੇ ਆ ਤੇ ਜ਼ਿਆਦਾਤਰ ਲਾਰਜ ਨੰਬਰ ਵਿੱਚ 2 4 6 ਨੰਬਰਾਂ ਵਿੱਚ ਉਹੀ ਕੁਐਸਚਨਸ ਆਉਂਦੇ ਆ। ਠੀਕ ਹੈ ਜੀ, ਆਪਾਂ ਉਹਨਾਂ ਵਿੱਚੋਂ ਕੁਝ ਜ਼ਿਆਦਾ ਇੰਪੋਰਟੈਂਟ ਕੁਐਸਚਨਸ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕਰਨ ਲੱਗੀ ਹਾਂ। ਤਾਂ ਪਹਿਲਾ ਕੁਐਸਚਨ ਹੈ 2 ਦੀ ਪਾਵਰ 3 ਫਿਰ ਬ੍ਰੈਕਟ ਤੋਂ ਬਾਅਦ ਪਾਵਰ 4 ਡਿਵਾਈਡਡ ਬਾਈ 2 ਦੀ ਪਾਵਰ 5। ਹੁਣ ਸਭ ਤੋਂ ਪਹਿਲਾਂ ਆ ਇੱਥੇ ਜਿਹੜਾ ਹੈ ਇਹ ਕਿਸ ਲॉ ਨਾਲ ਮਿਲਦਾ ਪਿਆ? ਚੌਥੇ ਨਾਲ। ਤਾਂ ਇਹ ਚੌਥੇ ਦਾ ਕੀ ਹੈ ਕਿ ਦੋਨੋਂ ਪਾਵਰਸ ਨੂੰ ਕੀ ਕਰ ਦੇਣਾ ਮਲਟੀਪਲਾਈ। ਤੇ ਇੱਥੇ ਲਿਖਾਂਗੇ 2 3 ਗੁਣਾ 4 ਡਿਵਾਈਡਡ ਬਾਈ 2 ਦੀ ਪਾਵਰ 5। ਤਾਂ 3 ਚੌਕੀ 12, ਯਾਨੀ ਕਿ 2 ਦੀ ਪਾਵਰ 12 ਡਿਵਾਈਡਡ ਬਾਈ 2 ਦੀ ਪਾਵਰ 5। ਹੁਣ ਇਹ ਜਿਹੜਾ ਲॉ ਹੈ ਕਿਹੜਾ ਬਣ ਗਿਆ ਇਹਨਾਂ ਚੋਂ? ਤੀਜਾ, ਕਿਉਂਕਿ ਵਿੱਚ ਡਿਵਾਈਡ ਦਾ ਨਿਸ਼ਾਨ ਹੈ। ਤਾਂ ਤੀਜਾ ਲॉ ਕੀ ਕਹਿੰਦਾ? ਪਾਵਰਸ ਨੂੰ ਆਪਸ ਮਾਈਨਸ ਕਰਨਾ, ਬੇਸ ਉਵੇਂ। ਤਾਂ ਬੇਸ ਉਵੇਂ 12 ਮਾਈਨਸ 5, ਤਾਂ 12 ਚੋਂ 5 ਘਟਾਏ 7 ਤੇ ਆਂਸਰ ਆ ਗਿਆ। ਠੀਕ ਹੈ ਜੀ, ਹੁਣ ਆਪਾਂ ਇਦਾਂ ਦਾ ਦੂਜਾ ਕੁਐਸਚਨ ਕਰ ਲੈਂਦੇ ਹਾਂ। ਹੁਣ ਦੂਜਾ ਕੁਐਸਚਨ ਹੈ 5 ਦੀ ਪਾਵਰ 2 ਬ੍ਰੈਕਟ ਤੋਂ ਬਾਅਦ ਪਾਵਰ 3 ਮਲਟੀਪਲਾਈ 5 ਦੀ ਪਾਵਰ 4 ਫਿਰ ਬ੍ਰੈਕਟ ਫਿਰ ਡਿਵਾਈਡ 5 ਦੀ ਪਾਵਰ 7। ਤਾਂ ਸਭ ਤੋਂ ਪਹਿਲਾਂ ਬ੍ਰੈਕਟ ਨੂੰ ਸੋਲਵ ਕਰਨਾ ਹੈ, ਤਾਂ ਉਹਦੇ ਵਿੱਚ ਆਹ ਚੀਜ਼ ਆਊਗੀ ਆਪਣੇ ਸਾਹਮਣੇ। ਤਾਂ ਇੱਥੇ ਕਿਹੜਾ ਲॉ ਲੱਗੂਗਾ? ਚੌਥਾ। ਤਾਂ ਇਸ ਦਾ ਮਤਲਬ ਦੋਨੋਂ ਪਾਵਰਸ ਨੂੰ ਆਪਾਂ ਕੀ ਕਰ ਦੇਣਾ ਹੈ ਮਲਟੀਪਲਾਈ, ਕਿਉਂਕਿ ਇਹੀ ਤਾਂ ਆਪਾਂ ਨੂੰ ਚੌਥਾ ਲॉ ਕਹਿੰਦਾ ਹੈ। ਤੇ ਬਾਕੀ ਸਾਰੀ ਰਕਮ ਉਵੇਂ ਦੀ ਉਵੇਂ ਨਕਲ ਮਾਰ ਕੇ ਲਿਖ ਦੇਣੀ ਹੈ। ਮੈਂ ਹਮੇਸ਼ਾ ਕਹਿੰਦੀ ਕਿ ਮੈਥ ਵਿੱਚ ਜ਼ਿਆਦਾ ਕੰਮ ਉੱਪਰਲੀ ਤੋਂ ਥੱਲੇ ਕਾਪੀ ਕਰਨਾ ਹੁੰਦਾ, ਜਿਹੜਾ ਉਹ ਸਹੀ ਕਾਪੀ ਕਰਕੇ ਉਹੀ ਕਾਮਯਾਬ ਹੈ। ਤਾਂ ਹੁਣ 5 ਦੀ 2 ਗੁਣਾ 3 6 ਮਲਟੀਪਲਾਈ 5 ਦੀ ਘਾਤ 4 ਬ੍ਰੈਕਟ ਫਿਰ ਡਿਵਾਈਡਡ 5 ਦੀ ਘਾਤ 7। ਹੁਣ ਇਹ ਬ੍ਰੈਕਟ ਦੇ ਅੰਦਰ ਆ ਕਿਹੜਾ ਲॉ ਲੱਗ ਰਿਹਾ ਇਹਨਾਂ ਚੋਂ? ਦੂਜਾ। ਬੇਸ ਸੇਮ ਹੈ, ਪਾਵਰਸ ਅਲੱਗ-ਅਲੱਗ ਹੈ, ਤਾਂ ਪਾਵਰਸ ਨੇ ਕੀ ਹੋ ਜਾਣਾ ਐਡ। ਤਾਂ 6 ਤੇ 4 ਨੇ ਕੀ ਹੋ ਜਾਣਾ ਐਡ, 10 ਬਣ ਗਿਆ ਡਿਵਾਈਡਡ ਬਾਈ 5 ਦੀ ਘਾਤ 7। ਹੁਣ ਆ ਕਿਹੜਾ ਲॉ ਲੱਗ ਰਿਹਾ? ਤੀਜਾ। ਤਾਂ ਬੇਸ ਸੇਮ ਹੈ, ਵਿੱਚ ਡਿਵਾਈਡ ਹੈ, ਤਾਂ ਪਾਵਰਸ ਨੇ ਕੀ ਹੋ ਜਾਣਾ ਮਾਈਨਸ। ਤਾਂ 10 ਚੋਂ 7 ਘਟਾਏ ਕਿੰਨਾ ਹੋ ਗਿਆ? 3। ਤਾਂ ਕੁਐਸਚਨ ਹੋ ਗਿਆ। ਠੀਕ ਹੈ ਜੀ, ਦੇਖੋ ਤੁਸੀਂ ਦੇਖ ਲਓ ਆਪਾਂ ਹੁਣ ਤੱਕ 2 ਕੁਐਸਚਨ ਕਰ ਲਏ, ਦੋਵਾਂ ਵਿੱਚ ਆਹੀ ਜ਼ਿਆਦਾਤਰ ਲॉज ਲੱਗ ਰਹੇ ਆ ਤੇ ਇਹੀ ਲॉज ਬਹੁਤ ਇੰਪੋਰਟੈਂਟ ਹੈ। ਠੀਕ ਹੈ ਜੀ, ਹੁਣ ਅੱਗੇ ਇੱਕ ਹੋਰ ਕੁਐਸਚਨ ਕਰ ਲੈਂਦੇ ਆ। ਹੁਣ ਇਸ ਕੁਐਸਚਨ 'ਚ ਦੇਖੋ, ਪਹਿਲਾਂ ਇੱਥੇ ਬ੍ਰੈਕਟ ਪਾਈ ਹੈ, ਇੱਥੇ ਬ੍ਰੈਕਟ ਵਿੱਚ ਕਿਹੜਾ ਲॉ ਲੱਗ ਰਿਹਾ? ਤੀਜਾ ਲੱਗ ਰਿਹਾ। ਤੀਜੇ ਦੀ ਆਹ ਫਾਰਮ ਲੱਗ ਰਹੀ ਹੈ, ਤਾਂ ਉਵੇਂ ਹੀ ਹੈ। ਆਪਾਂ ਪਾਵਰਸ ਨੂੰ ਕੀ ਕਰਨਾ ਮਾਈਨਸ। ਤਾਂ ਉੱਪਰਲੀ ਪਾਵਰ ਪਹਿਲਾਂ, ਥੱਲੜੀ ਪਾਵਰ ਬਾਅਦ ਵਿੱਚ, ਬਾਕੀ ਸਾਰੀ ਰਕਮ ਉਵੇਂ ਦੀ ਉਵੇਂ। ਤੇ ਕਿੰਨਾ ਆ ਗਿਆ? 7 ਚੋਂ 2 ਘਟਾਏ 5, ਤਾਂ 3 ਦੀ ਪਾਵਰ 5 ਮਲਟੀਪਲਾਈ 3 ਦੀ ਪਾਵਰ 5। ਹੁਣ ਇੱਥੇ ਕਿਹੜਾ ਲॉ ਲੱਗੂਗਾ? ਦੂਜਾ, ਵਿੱਚ ਮਲਟੀਪਲਾਈ ਦਾ ਨਿਸ਼ਾਨ ਹੈ, ਬੇਸ ਸੇਮ ਹੈ, ਤਾਂ ਪਾਵਰਸ ਨਹੀਂ ਕਿ ਹੋ ਜਾਣਾ ਐਡ। ਤਾਂ 5 + 5 ਕਿੰਨਾ ਹੋ ਗਿਆ? 10। ਤਾਂ ਆਂਸਰ ਆ ਗਿਆ। ਠੀਕ ਹੈ ਜੀ, ਇੱਕ ਦੋ ਕੁਐਸਚਨ ਹੋਰ ਕਰ ਲੈਣੇ ਤਾਂ ਕਿ ਤੁਹਾਡੇ ਸਾਰੇ ਡਾਊਟਸ ਕਲੀਅਰ ਹੋ ਜਾਣ। ਤਾਂ ਦੇਖੋ ਹੁਣ ਅਗਲਾ ਕੁਐਸਚਨ ਹੈ, ਇਹਦੇ ਵਿੱਚ ਕਿੰਨਾ ਕੁਛ ਹੈ। ਪਹਿਲਾਂ ਆਹ ਹੈ, ਫਿਰ ਮਲਟੀਪਲਾਈ, ਨੀਚੇ ਵੀ डिनोमिनेटर। ਹੁਣ ਆਪਾਂ ਹੌਲੀ ਹੌਲੀ ਇੱਕ ਇੱਕ ਕਰਕੇ ਸਾਰੇ ਸੋਲਵ ਕਰਾਂਗੇ। ਪਹਿਲੀ ਗੱਲ,
ਆ ਦੇਖੀ ਆਪਾਂ ਨੂੰ ਦੇਖ ਕੇ ਹੀ ਲੱਗ ਰਿਹਾ, मैं साइड ਤੇ 4 लॉज लिखे हुए ਆ, ਉਹਨਾਂ ਤੋਂ ਦੇਖ ਕੇ ਮੈਨੂੰ ਦਿਖ ਰਿਹਾ ਕਿ आज ਇੱਥੇ ਇੱਕ लॉ ਲੱਗ ਰਿਹਾ ਜਿਹੜਾ ਆਪਾਂ ਹੁਣ ਤੱਕ ਸਾਰੇ ਕੁਐਸਚਨ ਚ ਲਾਇਆ, चौथा लॉ, यानी कि दोवां पावर्स ਨੂੰ ਮਲਟੀਪਲਾਈ ਕਰਨਾ ਹੈ। ਤਾਂ ਮੈਂ ਇੱਥੇ ਲਿਖਣ ਲੱਗੀ ਹਾਂ 2 ਦੀ ਪਾਵਰ 5 ਤੇ 2 ਨੂੰ ਮਲਟੀਪਲਾਈ ਕੀਤਾ 10 ਮਲਟੀਪਲਾਈ 7 ਦੀ ਪਾਵਰ 3 ਤੇ ਆ 7 ਹੁਣ ਇਹਦੇ ਥੱਲੇ ਹੀ ਲਿਖਣ ਲੱਗੀ ਹਾਂ, ਠੀਕ ਹੈ ਜੀ, ਕਿਉਂਕਿ ਇੱਥੇ ਲॉ ਲੱਗ ਜੂਗਾ ਮੈਨੂੰ ਦਿਖ ਰਿਹਾ ਹੈ, ਤਾਂ ਇਹਦੀ ਸ਼ਕਲ ਮੈਂ ਉਦਾਂ ਦੀ ਬਣਾਉਣ ਲੱਗੀ ਹਾਂ ਤਾਂ ਕਿ ਮੈਨੂੰ ਦੂਰੋਂ ਹੀ ਸਮਝ ਆ ਜਾਏ ਕਿ ਮੇਰਾ ਇੱਥੇ ਕਿਹੜਾ ਲॉ ਇਹਨਾਂ ਚੋਂ ਲੱਗਣਾ। ਤੇ ਇੱਕ ਹੈਗਾ ਮੇਰੇ ਕੋਲ 8 ਦੀ ਘਾਤ 3, ਉਹਨੂੰ ਮੈਂ ਇਹਦੇ ਨੀਚੇ ਲਿਖਣ ਲੱਗੀ ਹਾਂ, ਠੀਕ ਹੈ। ਹੁਣ 2 ਦੀ ਪਾਵਰ 10 ਮਲਟੀਪਲਾਈ 7 ਦੀ ਘਾਤ 3/7, ਜਿੰਦੇ ਸਿਰ ਤੇ ਕੁਝ ਨਾ ਹੋਵੇ ਤਾਂ ਮੈਂ ਹਮੇਸ਼ਾ ਕਹਿੰਦੀ ਹੁੰਦੇ ਸਿਰ ਤੇ ਕਿੰਨਾ ਲਾਣਾ ਹੈ 1, ਤਾਂ ਇੱਥੇ 7 ਦੇ ਸਿਰ ਤੇ ਮੈਂ ਕੀ ਲਾਤਾ 1। ਤਾਂ ਹੁਣ ਇੱਥੇ ਕਿਹੜਾ ਲॉ ਲੱਗੂਗਾ 7 ਤੇ ਬੇਸ ਤੇ ਤੀਜਾ, ਆਵਲੀ ਫਾਰਮ ਲੱਗ ਰਹੀ ਹੈ ਤਾਂ 3 ਵਿੱਚੋਂ 1 ਪਾਵਰ ਘਟਾਵਾਂਗੇ ਤਾਂ ਯਾਨੀ ਕਿ 3 - 1, ਠੀਕ ਹੈ ਜੀ। ਹੁਣ ਨੀਚੇ ਦੇਖੋ ਮੇਰੇ ਕੋਲ 8 ਹੈ, 8 ਦੀ ਘਾਤ 3 ਹੈ। ਹੁਣ 8 ਇਹਨਾਂ ਚੋਂ ਕਿੰਨਾ ਸੈਟਿੰਗ ਕਰਨੀ ਆ ਆਪਾਂ ਆਪ ਦੇਖਣਾ ਕਿ 8 ਦੀ ਸੈਟਿੰਗ ਕਿੰਦੇ ਨਾਲ ਹੋਊਗੀ। ਜੇ ਮੈਂ ਧਿਆਨ ਨਾਲ ਸੋਚਾਂ ਤੇ 8 ਦੇ ਫੈਕਟਰਸ ਜਿਹੜੇ ਆਪਾਂ ਐਕਸਪੋਨੈਂਸ਼ੀਅਲ ਫਾਰਮ ਕੀਤੀ ਸੀ, ਜੇ ਕਿਸੇ ਨੇ ਨਹੀਂ ਦੇਖੀ ਤਾਂ ਮੈਂ ਉਹਦੀ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ ਬਾਕਸ 'ਚ ਪਾ ਦੂੰਗੀ, ਉੱਪਰ ਵੀ ਦਿਖ ਰਿਹਾ ਹੋਊਗਾ, ਉਹਨੂੰ ਜ਼ਰੂਰ ਚੈੱਕ ਆਊਟ ਕਰੋ, ਉਹਦੇ ਤੁਹਾਨੂੰ ਪਤਾ ਚੱਲ ਜੂ ਕਿ ਐਕਸਪੋਨੈਂਸ਼ੀਅਲ ਫਾਰਮ ਕਿਵੇਂ ਲਿਖਣੀ ਹੈ, ਠੀਕ ਹੈ ਜੀ। ਇੱਥੇ ਗੱਲ ਕਰਦੇ ਆਂ ਤਾਂ 8 ਦੇ ਆਪਾਂ ਐਕਸਪੋਨੈਂਸ਼ੀਅਲ ਫਾਰਮ ਦੇਖੀਏ ਤਾਂ ਆਪਾਂ ਨੂੰ 2 ਆ ਰਿਹਾ ਹੁੰਦਾ ਹੈ, ਇਸ ਦਾ ਮਤਲਬ ਉਹ 2 ਨਾਲ ਸੈੱਟ ਹੋਊਗਾ। ਤਾਂ ਪਹਿਲਾਂ 8 ਦੀ ਐਕਸਪੋਨੈਂਸ਼ੀਅਲ ਫਾਰਮ ਫੈਕਟਰਸ ਕੱਢੀਏ, 2 ਚੌਕੀ 8, 2 ਦੂਣੀ 4, 2 ਏਕਮ 2 ਆ ਬਣ ਗਿਆ, ਤੇ 1 2 3 यानी कि 8 ਦੀ ਐਕਸਪੋਨੈਂਸ਼ੀਅਲ ਫਾਰਮ 2 ਦੀ ਪਾਵਰ 3 ਬਣ ਗਈ। ਤਾਂ ਹੁਣ ਇੱਥੇ 8 ਦੀ ਜਗ੍ਹਾ ਮੈਂ ਲਿਖੂੰਗੀ 2 ਦੀ ਪਾਵਰ 3, ਠੀਕ ਹੈ ਜੀ। ਕੱਲੇ ਇਸ 8 ਦੀ ਜਗ੍ਹਾ ਲਿਖਿਆ ਮੈਂ 2 ਦੀ ਪਾਵਰ 3। ਹੁਣ ਇਹਦੇ ਸਿਰ ਤੇ ਵੀ 3 ਹੈ, ਉਹਨੂੰ ਮੈਂ ਬਾਹਰ ਬ੍ਰੈਕਟ ਚ ਪਾਉਂਗੀ, ਠੀਕ ਹੈ। 8 ਦਾ ਕੱਲਾ 8 ਦਾ ਆਨਸਰ ਮੇਰੇ ਕੋਲ 2 ਦੀ ਪਾਵਰ 3 ਆ ਗਿਆ, ਉਹਦੇ ਸਿਰ ਤੇ ਵੀ 3 ਸੀ, ਉਹਨੂੰ ਮੈਂ ਅਲੱਗ ਲਿਖਿਆ, ਠੀਕ ਹੈ ਜੀ। ਤਾਂ ਹੁਣ ਅੱਗੇ ਚਲੀਏ ਤੇ ਕਿੰਨਾ ਹੋ ਗਿਆ 2 ਦੀ ਪਾਵਰ 10 ਬਟੇ 2 ਦੀ ਪਾਵਰ 3 ਤੀਏ। ਹੁਣ ਇੱਥੇ ਲॉ ਲੱਗ ਰਿਹਾ ਚੌਥਾ, ਆ ਸੇਮ ਆ ਜਿਹੜਾ ਹੈਗਾ ਚੌਥੇ ਦੀ ਸ਼ਕਲ ਬਣ ਰਿਹਾ, ਤਾਂ 3 ਤੀਏ 9 ਹੋ ਗਿਆ, ਇੱਧਰ 7 3 - 1 ਕਿੰਨਾ ਹੋ ਗਿਆ 2, ਠੀਕ ਹੈ ਜੀ। ਹੁਣ ਫੇਰ ਆਪਾਂ ਕਰੀਏ 10 ਚੋਂ, ਹੁਣ ਇੱਥੇ ਕਿਹੜਾ ਲॉ ਲੱਗ ਰਿਹਾ ਤੀਜਾ ਲੱਗ ਰਿਹਾ, ਤਾਂ 10 ਚੋਂ 9 ਘਟਾਏ 1, ਠੀਕ ਹੈ ਜੀ। ਤਾਂ 10 - 9 ਮਲਟੀਪਲਾਈ 7 ਦੀ ਪਾਵਰ 2, ਤਾਂ ਆਨਸਰ ਕਿੰਨਾ ਆ ਗਿਆ 2 ਦੀ ਪਾਵਰ 1 ਮਲਟੀਪਲਾਈ 7 ਦੀ ਪਾਵਰ 2, ਤਾਂ ਆਨਸਰ ਆ ਗਿਆ, ਠੀਕ ਹੈ ਜੀ। ਤਾਂ ਤੁਸੀਂ ਦੇਖੋ ਇਸ ਕੁਐਸਚਨ ਵਿੱਚ ਕਿੰਨੀਆਂ ਲੇਅਰਸ ਸੀ, ਪਹਿਲਾਂ ਆ ਲੇਅਰ ਸੈੱਟ ਕੀਤੀ, ਫਿਰ ਆਪਾਂ 7 ਵਾਲੀ ਇੱਥੇ ਆ ਲੇਅਰ ਸੈੱਟ ਕੀਤੀ ਜਿਹੜੀ ਸੀਗੀ, ਫਿਰ ਉਸ ਤੋਂ ਬਾਅਦ 8 ਵਾਲੀ ਲੇਅਰ ਸੈੱਟ ਕੀਤੀ, ਫਿਰ ਇਹਨਾਂ ਨੂੰ ਸੈੱਟ ਕੀਤਾ, ਫਿਰ ਇੱਥੇ ਸੈੱਟ ਕੀਤਾ, ਅਲਟੀਮੇਟਲੀ ਆਨਸਰ ਫੇਰ ਆਇਆ, ਠੀਕ ਹੈ ਜੀ। ਤਾਂ ਇਸ ਤਰ੍ਹਾਂ ਇਹ ਕੁਐਸਚਨਸ ਬਹੁਤ ਹੀ ਇੰਪੋਰਟੈਂਟ ਹੈ, ਠੀਕ ਹੈ ਜੀ। ਤਾਂ ਅੱਜ ਦਾ ਅਖੀਰਲਾ ਕੁਐਸਚਨ ਹੈ ਆਹ, ਇਹਦੇ ਵਿੱਚ ਵੀ ਡਿਫਰੈਂਟ ਲੇਅਰਸ ਹੈ, ਦੇਖੋ ਕਿਵੇਂ। ਪਹਿਲਾਂ ਜੇ ਆਪਾਂ ਰਫ ਸਕੈਚ ਬਣਾਈਏ ਤਾਂ ਇਸ 2 ਦਾ ਇਹਦੇ ਨਾਲ ਬਣੂਗਾ, ਤੇ ਹੁਣ ਨੀਚੇ ਦੇਖੋ 4 ਹੈ, 4 ਦੀ ਐਕਸਪੋਨੈਂਸ਼ੀਅਲ ਫਾਰਮ ਕੱਢੀਏ ਤਾਂ 2 ਹੀ ਬਣਦੀ ਹੈ, ਇਸ ਦਾ ਮਤਲਬ ਇਹ 2 ਤੇ ਇਹ 4 ਇਕੱਠਾ ਸੈਟਿੰਗ ਹੋਊਗੀ। ਉਸ ਤੋਂ ਬਾਅਦ ਇਸ 3 ਦੀ ਸੈਟਿੰਗ 9 ਨਾਲ ਹੋਊਗੀ, ਕਿਉਂਕਿ 9 ਦੀ ਐਕਸਪੋਨੈਂਸ਼ੀਅਲ ਫਾਰਮ 'ਚ ਵੀ 3 ਆ ਰਿਹਾ, ਤਾਂ ਇਸ ਦਾ ਮਤਲਬ 2 ਦੀ आ 2 लिख लिया, फिर मल्टीप्लाई 2 ਦੀ ਪਾਵਰ 5 ਲਿਖੀ ਬਟੇ ਆ 4 ਲਿਖਿਆ, ਠੀਕ ਹੈ ਜੀ। ਹੁਣ ਐਵੇਂ ਹੀ ਇਸ 3 ਦੀ ਪਾਵਰ 4 ਲਿਖਿਆ ਤੇ ਇਹਦੇ ਨਾਲ ਜਿਹੜਾ 9 ਹੈ ਇਹਦੇ ਨਾਲ ਸੈੱਟ ਕੀਤਾ, ਠੀਕ ਹੈ ਜੀ। ਹੁਣ ਆਪਾਂ ਅੱਗੇ ਵੀ ਕੀਤਾ, ਜਿੰਦੇ ਸਿਰ ਤੇ ਕੁਝ ਨਾ ਲਿਖਿਆ ਹੋਵੇ ਤਾਂ 1 ਲਿਖ ਲੈਣਾ। ਹੁਣ 2 ਦੀ ਪਾਵਰ ਕੀ ਹੋ ਗਿਆ, ਹੁਣ ਇੱਥੇ ਜੇ ਆਪਾਂ ਲॉ ਲਾਈਏ ਕਿਹੜਾ ਲੱਗੂਗਾ ਦੂਜਾ, ਬੇਸ ਸੇਮ ਹੈ, ਵਿੱਚ ਮਲਟੀਪਲਾਈ ਹੈ, ਪਾਵਰਸ ਨੇ ਕੀ ਹੋਣਾ ਐਡ, ਯਾਨੀ ਕਿ 1 ਤੇ 5 ਜੋੜੇ 6, ਅੱਗੇ 3 ਦੀ ਬਟੇ 4 ਦੀ ਪਾਵਰ 2 ਤੇ 9 ਹੈ। ਹੁਣ ਐਕਸਪੋਨੈਂਸ਼ੀਅਲ ਫਾਰਮ ਕੱਢੀਏ 4 ਦੀ, ਤਾਂ 2 ਦੂਣੀ 4, 2 ਏਕਮ 2, ਤਾਂ 4 ਕਿੰਨਾ ਬਣਦਾ 2 ਦੀ ਘਾਤ 2। ਹੁਣ ਇਸ 4 ਦੀ ਜਗ੍ਹਾ ਤੇ ਮੈਂ ਕੱਲਾ 2 ਦੀ ਪਾਵਰ 2 ਲਿਖਣ ਲੱਗੀ ਹਾਂ। ਆ ਜਿਹੜਾ ਸਾਈਡ ਤੇ 2 ਹੈ ਇਹ ਸਪੈਸ਼ਲ ਦੁਬਾਰਾ ਤੋਂ ਲਿਖਣਾ ਪਏਗਾ, ਕਿਉਂਕਿ ਮੇਰੇ ਕੋਲ ਕੱਲਾ ਆਨਸਰ 4 ਦਾ ਆਇਆ, ਠੀਕ ਹੈ ਨਾ। ਹੁਣ ਉਸ ਤੋਂ ਬਾਅਦ ਅੱਗੇ ਚਲੀਏ, 3 ਦੀ ਪਾਵਰ 4 ਤਾਂ ਉਵੇਂ ਹੀ ਲਿਖ ਲਿਆ, ਤਾਂ 9 ਦਾ ਫੇਰ ਫੈਕਟਰਸ ਬਣਾਈਏ ਐਕਸਪੋਨੈਂਸ਼ੀਅਲ ਫਾਰਮ 3 ਏਕਮ 3, 3 ਦੂਣੀ 9, ਠੀਕ ਹੈ ਜੀ। ਤਾਂ 9 ਦੇ ਕੀ ਬਣਿਆ 3 ਦੀ ਪਾਵਰ 2 ਆ ਬਣਿਆ। ਤਾਂ ਹੁਣ ਇੱਥੇ ਦਾ 9 ਕੱਲਾ, ਇੱਥੇ ਕੋਈ ਸਿਰ ਤੇ ਪਾਵਰ ਨਹੀਂ, ਇੱਥੇ ਸੀਗੀ ਇੱਥੇ ਨਹੀਂ,
ਤਾਂ 9 ਦੇ ਸਿਰ ਤੇ ਕੀ ਆ ਗਿਆ 3 ਦੀ ਪਾਵਰ 2। ਹੁਣ ਇੱਥੇ ਕਿਹੜਾ ਲਾਅ ਲੱਗੂਗਾ ਤੀਜਾ ਆਵਲੀ ਫਾਰਮ ਲੱਗ ਰਹੀ ਹੈ ਤਾਂ ਇੱਥੇ ਕਿਹੜਾ ਲਾਅ ਲੱਗੂਗਾ ਚੌਥਾ। ਤਾਂ ਇੱਥੇ ਪਹਿਲਾਂ ਲਾਈਏ 2 ਦੀ ਪਾਵਰ 6 ਉਵੇਂ 2 दूनी 4 ਆ ਗਿਆ। ਇੱਥੇ ਆਪਾਂ ਤੀਜਾ ਲਾਅ ਲਾਈਏ ਤਾਂ ਪਾਵਰਸ ਨੂੰ ਮਾਈਨਸ ਕਰਨਾ ਹੈ 4 - 2 ਲੋ ਜੀ। ਹੁਣ ਇੱਥੇ ਵੀ ਫਿਰ ਉਹੀ ਤੀਜਾ ਲਾਅ ਲੱਗ ਰਿਹਾ ਹੈ ਤਾਂ 6 ਚੋਂ 4 ਘਟਾਣੇ 2 ਦੀ ਪਾਵਰ 6 - 4 ਮਲਟੀਪਲਾਈ 3 ਦੀ ਪਾਵਰ 2 4 ਚੋਂ 2 ਘਟਾਏ 2। ਇੱਥੇ ਵੀ 6 ਚੋਂ 4 ਘਟਾਏ 2 ਤਾਂ 2 ਦੀ ਪਾਵਰ 2 ਮਲਟੀਪਲਾਈ 3 ਦੀ ਪਾਵਰ 2। ਹੁਣ ਜਿਹਨੂੰ ਅੱਗੇ ਸੋਲਵ ਕਰੀਏ ਤਾਂ 2 ਦੀ ਪਾਵਰ 2 ਕਿੰਨਾ ਹੁੰਦਾ 4 3 ਦੀ ਇੱਥੇ ਕਿਤੇ ਨਾ 2 ਦੀ ਪਾਵਰ 2 4 3 ਦੀ ਪਾਵਰ 2 9 ਤੇ 4 9 36 ਤੇ ਆਨਸਰ ਆ ਗਿਆ। ਠੀਕ ਹੈ ਜੀ। ਤਾਂ ਇਹ ਸੀ ਇਹ 4 ਲਾਜ਼ ਦੇ ਉੱਪਰ ਮੇਨ ਫੋਕਸਡ ਕੁਐਸਚਨ ਜਿਹੜੇ ਸਾਰੇ ਚੈਪਟਰ ਨੂੰ ਕੰਪਾਈਲ ਕਰਕੇ ਰੱਖਦੇ ਇਹੀ ਮੇਨ ਕੁਐਸਚਨਸ ਹੈ। ਠੀਕ ਹੈ ਜੀ। ਮੈਨੂੰ ਪੂਰਾ ਵਿਸ਼ਵਾਸ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਗੀ। ਫਿਰ ਵੀ ਜੇ ਤੁਹਾਡੀ ਕੋਈ ਕੁਐਰੀ ਹੈ ਮੈਨੂੰ ਸਾਨੂੰ ਕਮੈਂਟਸ ਜ਼ਰੂਰ ਲਿਖੋ। ਪਰ ਹੁਣ ਮੈਨੂੰ ਕੋਈ ਨਹੀਂ ਲੱਗਦਾ ਕਿ ਤੁਹਾਨੂੰ ਕੋਈ ਵੀ ਡਾਊਟ ਨਿੱਕਾ ਜਿਹਾ ਵੀ ਡਾਊਟ ਰਿਹਾ ਹੋਊਗਾ। ਠੀਕ ਹੈ ਜੀ। ਤੇ ਜਾਣ ਤੋਂ ਪਹਿਲਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਕਰਨਾ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਤੁਹਾਡੀ ਇੱਕ ਸਬਸਕ੍ਰਿਪਸ਼ਨ ਸਾਨੂੰ ਮੋਟੀਵੇਸ਼ਨ ਦਿੰਦੀ ਹੈ। Thank you. Have a nice day.